ਸਾਡਾ ਭਾਰਤ ਇੱਕ ਬਹੁਤ ਹੀ ਜ਼ਿਆਦਾ ਤਿਉਹਾਰਾਂ ਦਾ ਦੇਸ਼ ਹੈ ਔਰ ਇਸ ਦੇਸ਼ ਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਹਰ ਮਹੀਨੇ ਕੋਈ ਨਾ ਕੋਈ ਤਿਉਹਾਰ ਸਾਡੇ ਮਨਾਏ ਜਾਂਦੇ ਨੇ। ਔਰ ਇਸ ਸਪਤਾਹ ਦੇ ਵਿੱਚ ਅਸੀਂ ਜੋ ਹੈਂਡਲੂਮ ਦਾ ਹੱਥ ਖੱਡੀ ਦਾ ਜੋ ਕੰਮ ਹੈ ਉਹ ਸਪਤਾਹ ਜਿਹੜਾ ਮਨਾਉਣ ਜਾ ਰਹੇ ਹਾਂ। ਔਰ ਇਸ ਵਿਸ਼ੇ 'ਤੇ ਅੱਜ ਅਸੀਂ ਗੱਲਬਾਤ ਵੀ ਕਰਾਂਗੇ। ਸਾਡੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦੇ ਵੱਖਰੇ ਵੱਖਰੇ ਮਾਹਰਾਂ ਦੇ ਨਾਲ ਗੱਲਬਾਤ ਵੀ ਕਰਾਂਗੇ। ਔਰ ਤੁਸੀਂ ਜਾਣਦੇ ਹੋ ਕਿ ਹੱਥ ਖੱਡੀ ਦਾ ਸਾਡੇ ਜੀਵਨ ਵਿੱਚ ਔਰ ਭਾਰਤ ਸਵੈ ਨਿਰਮਾਣ ਕਾਰਜ ਦੇ ਵਿੱਚ ਬਹੁਤ ਹੀ ਇੱਕ ਵੱਡਾ ਯੋਗਦਾਨ ਹੋ ਸਕਦਾ। ਔਰ ਇਸ ਯੋਗਦਾਨ ਦੇ ਨਾਲ ਅਸੀਂ ਆਪ ਸਵੈ ਹੀ ਨਿਰਭਰ ਬਣ ਸਕਦੇ ਹਾਂ ਔਰ ਕੋਸ਼ਿਸ਼ ਕਰਦੇ ਹਾਂ ਕਿ ਵੱਖਰੇ ਵੱਖਰੇ ਕੋਰਸ ਕਿਸ ਤਰ੍ਹਾਂ ਲਗਾਏ ਜਾਣ ਔਰ ਕਿਵੇਂ ਸਾਡਾ ਸਕਿੱਲ ਡਿਵੈਲਪਮੈਂਟ ਸੈਂਟਰ ਇੱਥੇ ਲਗਾਉਣ ਜਾ ਰਿਹਾ ਹੈ। ਔਰ ਇਸ ਤੋਂ ਇਲਾਵਾ ਸਾਡੀਆਂ ਕਿਸਾਨ ਸੁਆਣੀਆਂ ਜਿਹੜੀਆਂ ਨੇ ਉਹ ਇਹਨਾਂ ਕੋਰਸਾਂ ਦਾ ਕਿੱਦਾਂ ਫਾਇਦਾ ਲੈ ਸਕਦੇ ਹੈ। ਔਰ ਇਹ ਜਿਹੜੀਆਂ ਚੀਜ਼ਾਂ ਘਰ ਦੇ ਵਿੱਚ ਉਹ ਬੁਣਦੀਆਂ ਹੁੰਦੀਆਂ ਸੀ, ਦਰੀਆਂ ਬਣਾਉਂਦੀਆਂ ਹੁੰਦੀਆਂ ਸੀ, ਸਵੈਟਰ ਬੁਣਦੀਆਂ ਹੁੰਦੀਆਂ ਸੀ ਔਰ ਉਹ ਚੀਜ਼ ਨੂੰ ਦੁਬਾਰਾ ਅਸੀਂ ਨਿਪੁੰਨ ਕਰਕੇ ਔਰ ਸਿਖਲਾਈ ਵੱਖ-ਵੱਖ ਤਰ੍ਹਾਂ ਦੀ ਦੇ ਕੇ ਤੇ ਅਸੀਂ ਆਤਮ ਨਿਰਭਰ ਭਾਰਤ ਦੇ ਵਿੱਚ ਯੋਗਦਾਨ ਪਾ ਸਕੀਏ। ਔਰ ਇਸ ਸਪਤਾਹ ਨੂੰ ਆਪਾਂ ਇੱਕ ਵਡਮੁੱਲਾ ਯੋਗਦਾਨ ਪਾਈਏ ਜਿਸ ਦੇ ਵਿੱਚ ਹੈਂਡਲੂਮ ਦਾ ਹੱਥ ਖੱਡੀ ਦਾ ਦੇ ਰਾਹੀਂ ਇੱਕ ਸਵੈ ਨਿਰਭਰਤਾ ਉੱਤੇ ਨਿਰਭਰ ਕਰੀਏ। ਔਰ ਆਓ ਅਸੀਂ ਆਪਣੇ ਐਕਸਪਰਟਸ ਦੇ ਨਾਲ ਗੱਲਬਾਤ ਕਰਦੇ ਹਾਂ। मैं कमलजीत कौर स्किल डिवेलपमेंट सेंटर विखे अपनी सेवा निभा रही हाँ। ਜਦੋਂ ਅਸੀਂ ਪੰਜਾਬ ਦੀਆਂ ਹਸਤ ਕਲਾਵਾਂ ਦੀ ਗੱਲ ਕਰਦੇ ਹਾਂ ਤਾਂ ਅਸੀਂ ਦੇਖਦੇ ਹਾਂ ਕਿ ਪੰਜਾਬ ਇੱਕ ਖੇਤੀ ਪ੍ਰਧਾਨ ਸੂਬਾ ਹੋਣ ਕਰਕੇ ਸਾਡੀਆਂ ਬਹੁਤ ਸਾਰੀਆਂ ਜੋ ਹਸਤ ਕਲਾਵਾਂ ਹਨ ਉਹ ਖੇਤੀ ਦੇ ਉੱਤੇ ਹੀ ਨਿਰਭਰ ਹਨ। ਜਿਵੇਂ ਅਸੀਂ ਦੇਖਦੇ ਹਾਂ ਵੀ ਪੁਰਾਣੇ ਜ਼ਮਾਨੇ ਦੇ ਵਿੱਚ ਜੋ ਇਸਤਰੀਆਂ ਸੀ ਉਹ ਖੁਦ ਸਾਰੇ ਕੰਮ ਘਰ ਦੇ ਵਿੱਚ ਤਿਆਰ ਕਰਦੀਆਂ ਸਨ ਤੇ ਇਹਨਾਂ ਦੇ ਵਿੱਚ ਅਸੀਂ ਦੇਖਦੇ ਹਾਂ ਵੀ ਜਿਹੜੀ ਕਾਟਨ ਦੀ ਕ੍ਰੌਪ ਹੈ ਜਾਂ ਕਪਾਹ ਜਿਹੜੀ ਹੈਗੀ ਨਰਮਾ ਹੈ ਸਾਡੇ ਪੰਜਾਬ ਦੀਆਂ ਮੁੱਖ ਫਸਲਾਂ ਦੇ ਵਿੱਚ ਆਉਂਦੀ ਹੈ। ਅਤੇ ਦੇਖਦੇ ਹਾਂ ਕਿ ਜਿਵੇਂ ਘਰ ਦੇ ਵਿੱਚ ਹੀ ਲੇਡੀਜ਼ ਰੂੰ ਤਿਆਰ ਕਰਕੇ ਉਸ ਤੋਂ ਸੂਤ ਕੱਤ ਕੇ ਤੇ ਹੈਂਡਲੂਮ ਦੇ ਉੱਪਰ ਬਹੁਤ ਸਾਰੀਆਂ ਚੀਜ਼ਾਂ ਘਰ ਦੇ ਵਿੱਚ ਤਿਆਰ ਕਰਦੀਆਂ ਸਨ ਜਿਨ੍ਹਾਂ ਦੇ ਵਿੱਚ ਦਰੀਆਂ ਹੋਈਆਂ, ਖੇਸ ਹੋਏ, ਚਾਦਰਾਂ ਹੋਈਆਂ ਅਤੇ ਇੱਥੋਂ ਤੱਕ ਕਿ ਪਲੰਘ ਵਗੈਰਾ ਜਾਂ ਮੰਜੇ ਤਿਆਰ ਕਰਨ ਦੇ ਲਈ ਸੂਤ ਜਿਹੜਾ ਹੈਗਾ ਉਹ ਵੀ ਘਰ ਦੇ ਵਿੱਚ ਕੱਤ ਕੇ ਹੀ ਉਹਨੂੰ ਵੱਟ ਦੇ ਕੇ ਤਿਆਰ ਕੀਤਾ ਜਾਂਦਾ ਸੀਗਾ। ਇੱਥੋਂ ਤੱਕ ਕਿ ਨਮਾਰ ਵੀ ਜੋ ਹੈ ਉਹ ਵੀ ਲੇਡੀਜ਼ ਖੁਦ ਆਪਣੇ ਹੱਥਾਂ ਦੇ ਨਾਲ ਖੱਡੀ ਦੇ ਉੱਪਰ ਤਿਆਰ ਕਰਕੇ ਪਲੰਘ ਵਗੈਰਾ ਤਿਆਰ ਕਰਦੀਆਂ ਸਨ। ਤੇ ਇਸੇ ਤਰੀਕੇ ਨਾਲ ਸਾਡੀਆਂ ਹੋਰ ਜੋ ਬੁਣਤੀ ਵਾਲੀਆਂ ਚੀਜ਼ਾਂ ਹਨ ਜਿਵੇਂ ਕਿ ਨਾਲੇ ਬੁਣਨਾ ਹੈ ਜਾਂ ਛਿੱਕੂ ਬਣਾਉਣਾ ਹੈ, ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਕਲਾਵਾਂ ਪੁਰਾਤਨ ਪੰਜਾਬ ਦੇ ਵਿੱਚ ਪ੍ਰਚਲਿਤ ਸੀਗੀਆਂ ਜਿਹੜੀਆਂ ਕਿ ਹੁਣ ਹੌਲੀ ਹੌਲੀ ਅਲੋਪ ਹੋ ਰਹੀਆਂ ਹਨ। ਤੇ ਇਹਨਾਂ ਕਲਾਵਾਂ ਦੇ ਵਿੱਚ ਅਸੀਂ ਦੇਖੀਏ ਕਿ ਜੋ ਲੇਡੀਜ਼ ਹੁੰਦੀਆਂ ਸੀ ਉਹ ਗਰੁੱਪ ਦੇ ਵਿੱਚ ਤ੍ਰਿੰਜਨ ਦੇ ਵਿੱਚ ਰੂਪ ਦੇ ਵਿੱਚ ਉਹ ਇਕੱਠੀਆਂ ਬੈਠ ਕੇ ਇਹ ਆਪਣਾ ਨਾਲ ਮਨ ਪਰਚਾਵਾ ਕਰਦੀਆਂ ਸੀ ਅਤੇ ਨਾਲ ਦੀ ਨਾਲ ਉਹ ਬਹੁਤ ਸਾਰੇ ਘਰ ਦੀ ਵਰਤੋਂ ਦੀਆਂ ਚੀਜ਼ਾਂ ਜਿਹੜੀਆਂ ਆਰਟੀਕਲਸ ਉਹ ਤਿਆਰ ਕਰ ਲੈਂਦੀਆਂ ਸੀ। ਅਤੇ ਨਾਲ ਹੀ ਅਸੀਂ ਦੇਖਦੇ ਹਾਂ ਵੀ ਜਿਸ ਤਰ੍ਹਾਂ ਕਿ ਲੜਕੀ ਨੂੰ ਵਿਆਹ ਦੇ ਵਿੱਚ ਦੇਣ ਦੇ ਲਈ ਗਿਫਟ ਜੋ ਸੀਗੇ ਜਿਵੇਂ ਬਾਗ ਹੈ, ਫੁਲਕਾਰੀ ਹੈ ਜਾਂ ਚਾਦਰਾਂ, ਖੇਸ, ਦਰੀਆਂ ਸਾਰੇ ਉਹ ਰਲ ਮਿਲ ਕੇ ਤਿਆਰ ਕਰ ਲੈਂਦੀਆਂ ਸਨ ਅਤੇ ਇਸ ਤਰੀਕੇ ਨਾਲ ਉਹ ਸਵੈ ਨਿਰਭਰ ਸੀਗੀਆਂ ਲੇਡੀਜ਼। ਤਾਂ ਅੱਜ ਵੀ ਅਸੀਂ ਇਹ ਕੋਸ਼ਿਸ਼ ਕਰ ਰਹੇ ਹਾਂ ਸਕਿੱਲ ਡਿਵੈਲਪਮੈਂਟ ਸੈਂਟਰ ਦੇ ਥਰੂ ਕਿ ਲੜਕੀਆਂ ਨੂੰ ਸਾਰੀਆਂ ਇਸ ਤਰੀਕੇ ਦੀਆਂ ਟ੍ਰੇਨਿੰਗਸ ਦਿੱਤੀਆਂ ਜਾਣ ਕਿ ਉਹ ਸਾਡੀਆਂ ਜੋ ਪੁਰਾਤਨ ਕਲਾਵਾਂ ਨਾਲ ਤਾਂ ਉਹਨਾਂ ਨੂੰ ਜਿੰਦਾ ਰੱਖਿਆ ਜਾ ਸਕੇ, ਮੁੜ ਤੋਂ ਸੁਰਜੀਤ ਕੀਤਾ ਜਾ ਸਕੇ ਅਤੇ ਨਾਲ ਦੀ ਨਾਲ ਉਹ ਸਵੈ ਨਿਰਭਰਤਾ ਵੱਲ ਉਹ ਵੱਧ ਸਕਣ, ਲੇਡੀਜ਼ ਲੜਕੀਆਂ ਜਿਹੜੀਆਂ ਹੈ ਉਹ ਵੱਧ ਸਕਣ। ਇਹਨਾਂ ਕਲਾਵਾਂ ਦੇ ਵਿੱਚ ਅਸੀਂ ਹੋਰ ਜਿਵੇਂ ਨਾਲੇ ਬੁਣਨਾ ਹੁੰਦਾ ਹੈ ਅਤੇ ਹੋਰ ਪੱਖੀਆਂ ਬੁਣਨਾ ਵੀ ਇੱਕ ਬਹੁਤ ਵਧੀਆ ਕਲਾ ਸੀ। ਦਰੀਆਂ ਦੇ ਉੱਪਰ ਵੀ ਬਹੁਤ ਸੋਹਣੇ ਜਿਹੇ ਨਮੂਨੇ ਸੀ ਲੇਡੀਜ਼ ਘਰ ਦੇ ਵਿੱਚ ਤਿਆਰ ਕਰਕੇ ਉਹ ਬਣਾਉਂਦੀਆਂ ਸਨ। ਅਤੇ ਤੁਸੀਂ ਇਸ ਤਰੀਕੇ ਦੇ ਨਾਲ ਅਸੀਂ ਸਕਿੱਲ ਡਿਵੈਲਪਮੈਂਟ ਸੈਂਟਰ ਦੇ ਵਿੱਚ ਬਹੁਤ ਸਾਰੀਆਂ ਟ੍ਰੇਨਿੰਗਸ ਜੋ ਅੱਜ ਕੱਲ੍ਹ ਅਸੀਂ ਲਗਾ ਰਹੇ ਹਾਂ ਜਿਹੜੀਆਂ ਕਿ ਇਹਨਾਂ ਕਲਾਵਾਂ ਨੂੰ ਮੁੜ ਸੁਰਜੀਤ ਕਰਨ ਦੇ ਲਈ ਬਹੁਤ ਜ਼ਰੂਰੀ ਹਨ। ਅਤੇ ਮੈਂ ਕਿਸਾਨ ਬੀਬੀਆਂ ਨੂੰ ਇਹ ਕਹਿਣਾ ਚਾਹਾਂਗੀ ਕਿ ਉਹ ਤੁਸੀਂ ਇਹਨਾਂ ਸਾਰੀਆਂ ਟ੍ਰੇਨਿੰਗਸ ਦੇ ਵਿੱਚ ਪਾਰਟ ਲੈ ਕੇ ਇਹਨਾਂ ਟ੍ਰੇਨਿੰਗਸ ਦਾ ਹਿੱਸਾ ਬਣ ਕੇ ਆਪਣੀਆਂ ਆਪਣੇ ਕਲਾ ਨੂੰ ਹੋਰ ਤੁਸੀਂ ਵਧਾ ਸਕਦੇ ਹੋ ਅਤੇ ਸਵੈ ਨਿਰਭਰ ਬਣ ਸਕਦੇ ਹੋ। मैं हाँ डॉक्टर रुपिंदर कौर प्रोफैसर हैं
ਇੱਕ ਸਕਿੱਲ ਡਿਵੈਲਪਮੈਂਟ ਸੈਂਟਰ ਵਿੱਚ PAU ਲੁਧਿਆਣਾ ਦੇ ਵਿੱਚ। ਅੱਜ ਦਾ ਜਿਹੜਾ ਬੋਲਣ ਦਾ ਵਿਸ਼ਾ ਹੈ ਉਹ ਹੈ ਜਿਹੜਾ ਨੈਸ਼ਨਲ ਵੀਕ, ਜਿਹੜਾ ਹੈਂਡਲੂਮ ਵੀਕ ਅਸੀਂ ਮਨਾਉਣ ਜਾ ਰਹੇ ਹਾਂ, ਉਹਦਾ ਮੁੱਖ ਮੰਤਵ ਹੈ ਭਾਰਤ ਨੂੰ ਆਤਮ ਨਿਰਭਰ ਬਣਾਉਣ ਲਈ। ਸੋ ਇਸੇ ਸੰਦਰਭ ਦੇ ਵਿੱਚ ਹੀ ਅਸੀਂ ਕਿਹੜੀਆਂ ਇੱਥੇ ਟ੍ਰੇਨਿੰਗ ਕੋਰਸਿਸ ਲਾਉਂਦੇ ਹਾਂ ਉਹਦੇ ਬਾਰੇ ਮੈਂ ਜ਼ਿਕਰ ਕਰਨ ਜਾ ਰਹੀ ਹਾਂ। ਜਿਵੇਂ ਬਹੁਤ ਸਾਰੀਆਂ ਚੀਜ਼ਾਂ ਤਾਂ ਪਹਿਲਾਂ ਵੀ ਜ਼ਿਕਰ ਹੋਇਆ ਵੀ, ਜਿਵੇਂ ਪੁਰਾਣੇ ਸਮੇਂ ਦੇ ਵਿੱਚ ਅਸੀਂ ਜੋ ਵੀ ਫਸਲਾਂ ਦੀਆਂ ਉਪਜਾਂ ਆ ਉਦੋਂ ਹੀ ਅਸੀਂ ਤਿਆਰ ਕਰਦੇ ਸੀ ਵਸਤਾਂ, ਚਾਹੇ ਕਾਟਨ ਦੀਆਂ ਹੋਣ। ਉਦੋਂ ਦਰੀਆਂ ਖੇਸ ਬੁਣੇ ਜਾਂਦੇ ਸੀ, ਪਰ ਜਿਵੇਂ ਸਮਾਂ ਬਦਲਦਾ ਗਿਆ ਉਵੇਂ ਹੀ ਜਿਹੜੇ ਉਹ ਚੀਜ਼ਾਂ ਨੂੰ ਥੋੜ੍ਹਾ ਜਿਹਾ ਪਰਿਵਰਤਨ ਆਇਆ, ਜਿਵੇਂ ਰੀਤੀ ਰਿਵਾਜ ਬਦਲਦੇ ਆ। ਅਸੀਂ ਉਹ ਚੀਜ਼ਾਂ ਨੂੰ ਜਿਹੜੇ ਨਵੇਂ ਢੰਗ ਨਾਲ ਕਿਵੇਂ ਵਰਤਣਾ ਉਹਦੇ ਬਾਰੇ ਟ੍ਰੇਨਿੰਗਾਂ ਦਿੰਦੇ ਹਾਂ। ਜਿਵੇਂ ਉਹਨੂੰ ਆਪਾਂ ਕਹਾਂਗੇ ਨਵੇਂ ਤਰੀਕੇ ਨਾਲ, ਨਵੇਂ ਯੁੱਗ ਦੇ ਵਿੱਚ ਉਹਨਾਂ ਦੀ ਵਰਤੋਂ ਕਿਵੇਂ ਕਰਨੀ ਆ। ਪਹਿਲਾਂ ਝੋਲੇ ਸੀ ਬਣਾਉਂਦੇ ਦਰੀਆਂ ਰਾਹੀਂ ਬੁਣ ਕੇ ਜਾਂ ਕਢਾਈਆਂ ਰਾਹੀਂ, ਹੁਣ ਉਹੀ ਇੱਕ ਜਿਹੜੇ ਆਪ ਸ਼ੋਪਿੰਗ ਬੈਗਸ ਨੇ ਉਹਦੀ ਥਾਂ ਲੈ ਲਈ ਹੈ। ਅਤੇ ਇਹੋ ਜਿਹੀਆਂ ਜਿਹੜੀਆਂ ਬਹੁਤ ਜਿਹੜੇ ਸਮੇਂ ਦੇ ਨਾਲ ਬਦਲਾਅ ਹੋਇਆ, ਪਰ ਅਸੀਂ ਉਹ ਵਿਰਾਸਤੀ ਚੀਜ਼ਾਂ ਨੂੰ ਸੰਭਾਲਣ ਦੀ ਕੋਸ਼ਿਸ਼ ਕਰ ਰਹੇ ਹਾਂ ਤਾਂ ਕਿ ਉਹ ਅਸੀਂ ਵਿਰਾਸਤ ਨੂੰ ਵੀ ਸਾਂਭ ਸਕੀਏ। ਦੂਜੇ ਪਾਸੇ ਅਸੀਂ ਜਿਹੜੀਆਂ ਸਾਡੀਆਂ ਕਿਸਾਨ ਬੀਬੀਆਂ, ਭੈਣਾਂ, ਬੱਚੀਆਂ, ਉਹਨਾਂ ਨੂੰ ਅਸੀਂ ਕਿਸੇ ਕੰਮ ਲਾ ਸਕੀਏ ਤਾਂ ਕਿ ਉਹ ਆਪਣਾ ਇਹ ਚੀਜ਼ਾਂ ਬਣਾ ਕੇ ਕਮਾਈ ਦਾ ਸਾਧਨ ਬਣਾ ਸਕਣ। ਉਹਦੇ ਵਿੱਚ ਜਿਹੜੀਆਂ ਟ੍ਰੇਨਿੰਗਾਂ ਅਸੀਂ ਲਾਉਂਦੇ ਹਾਂ, ਚਾਹੇ ਉਹ ਸਿਲਾਈ ਕਢਾਈ ਦੀਆਂ ਵੀ ਹੈ, ਪੇਂਟਿੰਗ ਦੀਆਂ ਵੀ ਹੈ, ਅਤੇ ਇਹ ਤੋਂ ਬਿਨਾਂ ਜਿਹੜੇ ਪੁਰਾਣੀਆਂ ਚੀਜ਼ਾਂ ਜਿਹੜੀ ਘਰ 'ਚ ਪਈਆਂ ਉਹਨਾਂ ਦੀ ਮੁੜ ਵਰਤੋਂ ਕਰਨ ਦੀ ਵੀ ਆ। ਜਿਵੇਂ ਮੰਨ ਲਓ ਇੱਕ ਖੇਸ ਹੀ ਬਹੁਤ ਪੁਰਾਣਾ ਹੋ ਗਿਆ, ਹੰਢਦੇ ਚਿੱਟੇ ਰੰਗ ਦੇ ਖੇਸ ਹੈ ਜਿਹੜੇ, ਉਹ ਉਹਨਾਂ ਦੀ ਦਿੱਖ ਬੁਰੀ ਲੱਗਣ ਲੱਗ ਜਾਂਦੀ ਹੈ। ਉਹਨੂੰ ਚਾਹੇ ਤੁਸੀਂ ਦੁਬਾਰਾ ਉਹਨੂੰ ਡਾਈ ਕਰਕੇ ਵੀ ਵਰਤ ਸਕਦੇ ਆ, ਉਹਦੇ ਉੱਤੇ ਪੇਂਟਿੰਗ ਵੀ ਕੀਤੀ ਜਾ ਸਕਦੀ ਆ, ਕੋਈ ਫੁਲਕਾਰੀ ਦੀ ਫੁੱਲ ਬੂਟੀ ਵੀ ਬਣਾਈ ਜਾ ਸਕਦੀ ਆ, ਉਹਨੂੰ ਆਪਾਂ ਐਜ਼ ਅ ਮੈਟ ਵੀ ਵਰਤੇ ਜਾ ਸਕਦੇ ਆ, ਕੋਈ ਚੰਗੇ ਬੈਗਸ ਵੀ ਬਣਾਏ ਜਾ ਸਕਦੇ ਆ। ਸੋ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਪੁਰਾਣੀਆਂ ਚੀਜ਼ਾਂ ਦੀ ਵਰਤੋਂ ਕਰਕੇ, ਅਤੇ ਹੋਮ ਸਾਇੰਸ ਦੇ ਅਸੀਂ ਜਿਹੜੇ ਗ੍ਰਹਿ ਵਿਗਿਆਨ ਦੇ ਬਹੁਤ ਸਾਰੇ ਕਿੱਤਾ ਮੁਖੀ ਜਿਹੜੇ ਸਿਖਲਾਈ ਕੋਰਸ ਲਗਾਉਂਦੇ ਰਹਿੰਦੇ ਹਾਂ। ਸੋ ਹੁਣ ਪਹਿਲਾਂ ਸਾਡੇ 1 ਸਾਲ ਦੇ ਵਿੱਚ ਜਿਹੜੇ ਟੋਟਲੀ ਜਿਹੜੇ ਹੈਂਡਲੂਮ ਦੇ ਨਾਲ ਸੰਬੰਧਿਤ ਸੀ 4-5 ਕੋਰਸ ਸੀ, ਪਰ ਹੁਣ ਸਾਨੂੰ ਦੇਖ ਕੇ ਵੀ ਬੱਚਿਆਂ ਦੀ ਪੁਰਾਣੀਆਂ ਚੀਜ਼ਾਂ ਨੂੰ ਸਿੱਖਣ ਦੀ ਰੁਚੀ ਬਹੁਤ ਹੈ, ਉਹ ਚੀਜ਼ਾਂ ਹੋਰ ਵਧਾ ਰਹੇ ਹਾਂ। ਜਿਵੇਂ ਹੁਣ ਪੁਰਾਣਾ ਸੂਤ ਹੀ ਮੰਨ ਲਓ ਪਿਆ, ਉਹਨਾਂ ਨੂੰ ਇੱਕ ਗੰਢਾਂ ਦੇ ਕੇ, ਜਿਹਨੂੰ ਆਰਟ ਨੂੰ ਅਸੀਂ ਮੈਕਰਮ ਨੋਟਿੰਗ ਕਹਿੰਦੇ ਹਾਂ, ਉਹਦੇ ਨਾਲ ਬਹੁਤ ਹੀ ਤਰ੍ਹਾਂ ਦੀਆਂ ਚੀਜ਼ਾਂ ਬਣਾਈਆਂ ਜਾਂਦੀਆਂ, ਚਾਹੇ ਉਹ ਕੋਈ ਪੋਟ ਹੋਲਡਰ ਹੋਣ ਜਾਂ ਕੋਈ ਮੈਗਜ਼ੀਨ ਹੋਲਡਰ ਬਣਾਉਣਾ ਹੋਵੇ ਜਾਂ ਆਪਾਂ ਕੋਈ ਮੈਟ ਵੀ ਬਣਾਉਣਾ ਹੋਵੇ। ਇੱਥੋਂ ਤੱਕ ਕਿ ਜਿਵੇਂ ਹੁਣ ਹਰ ਬੱਚੇ ਦੇ ਹੱਥ ਵਿੱਚ ਮੋਬਾਈਲ ਹੈ, ਮੋਬਾਈਲ ਨੂੰ ਫੜਨ ਦੇ ਲਈ ਬਹੁਤ ਸੋਹਣੇ ਜਿਹੜੇ ਮੈਕਰਮ ਨੋਟਿੰਗ ਦੇ ਜਿਹੜੇ ਬਣਾਏ ਜਾ ਸਕਦੇ ਆ। ਸੋ ਹੋਰ ਜਿਹੜੀ ਆਪਾਂ ਖੇਤੀ ਦੀ ਜਿਵੇਂ ਰਹਿੰਦ ਖੂੰਹਦੀ ਹੈ, ਜਿਵੇਂ ਆਪਾਂ ਪਰਾਲੀ ਹੈ, ਪਰਾਲੀ ਦੀ ਜਿਹੜੀ ਵਰਤੋਂ ਦੇ ਲਈ ਜਿਹੜੇ ਕਿਸਾਨਾਂ ਦੇ ਲਈ ਵੀ ਬਹੁਤ ਸਾਰੇ ਜਿਹੜੀ ਯੂਨੀਵਰਸਿਟੀ ਵੱਲੋਂ ਉੱਦਮ ਕੀਤੇ ਜਾਂਦੇ ਆ ਤਾਂ ਕਿ ਅਸੀਂ ਜਿਹੜੀ ਪਰਾਲੀ ਨੂੰ ਨਾ ਬਾਲਿਆ ਜਾਵੇ। ਇਵੇਂ ਜਿਹੜਾ ਕੁਛ ਉੱਦਮ ਅਸੀਂ ਗ੍ਰਹਿ ਵਿਗਿਆਨ ਵਿਭਾਗ ਵੱਲੋਂ ਵੀ ਕਰਦੇ ਹਾਂ। ਉਹਦੇ ਵਿੱਚ ਇਹ ਆ ਵੀ ਅਸੀਂ ਉਹ ਪਰਾਲੀ ਦੀਆਂ ਕੋਈ ਟੋਕਰੀਆਂ, ਕੋਈ ਡੈਕੋਰੇਸ਼ਨ ਪੀਸ, ਐਵੇਂ ਕਣਕ ਦੀ ਨਾੜ ਤੋਂ ਹੀ ਕੋਈ ਵਾਲ ਹੈਂਗਿੰਗ ਬਣਾਉਣਾ, ਇਹੋ ਜਿਹੇ ਅਲੱਗ-ਅਲੱਗ ਜਿਹੜੇ ਟ੍ਰੇਨਿੰਗ ਕੋਰਸ ਲਗਾਏ ਜਾਂਦੇ ਆ। मैं डॉक्टर सुरभि महाजन असिस्टेंट प्रोफैसर कम्युनिटी साइंस कॉलेज बस्तर विभाग तो हाँ। तो नैशनल हैंडलूम डे जोड़ा है वो 7 अगस्त ਨੂੰ ਮਨਾਇਆ ਜਾਂਦਾ ਹੈ। तो 7 अगस्त ਨੂੰ ਮਨਾਉਣੇ ਪਿੱਛੇ ਇਹਦਾ ਵੀ ਇੱਕ ਬੜੀ ਇੰਟਰਸਟਿੰਗ ਸਟੋਰੀ ਹੈ ਜੇ ਮੈਂ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦੀ ਹਾਂ ਕਿ 1905 7 ਅਗਸਤ ਨੂੰ ਸਾਡੇ ਜਿਹੜੇ ਦੇਸ਼ਵਾਸੀ ਲੜ ਰਹੇ ਸੀਗੇ ਆਜ਼ਾਦੀ ਲਈ, ਉਹਨਾਂ ਨੇ ਸਾਰੇ ਅੰਗਰੇਜ਼ੀ ਚੀਜ਼ਾਂ ਨੂੰ ਬॉयकॉट ਕੀਤਾ ਸੀਗਾ ਤੇ ਇੱਕ ਅੰਦੋਲਨ ਦੀ ਸ਼ੁਰੂਆਤ ਕੀਤੀ ਸੀਗੀ 7 ਅਗਸਤ ਨੂੰ। ਤੇ ਉਸੇ ਅੰਦੋਲਨ ਨੂੰ ਯਾਦ ਕਰਦੇ ਹੋਏ ਇਹ 7 ਅਗਸਤ ਦਾ ਦਿਨ ਚੁਣਿਆ ਗਿਆ ਹੈ ਸਾਡੀ ਸਰਕਾਰ ਵੱਲੋਂ। ਤੇ ਨੈਸ਼ਨਲ ਹੈਂਡਲੂਮ ਡੇ ਦੀ ਜਿਹੜੀ ਸ਼ੁਰੂਆਤ ਸੀ ਉਹ 2015 ਵਿੱਚ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੁਆਰਾ ਕੀਤੀ ਗਈ ਸੀਗੀ। ਤੇ ਇਸ ਸਾਲ ਅਸੀਂ 5ਵਾਂ ਨੈਸ਼ਨਲ ਹੈਂਡਲੂਮ ਡੇ ਮਨਾ ਰਹੇ ਹਾਂ। ਤੇ ਨੈਸ਼ਨਲ ਹੈਂਡਲੂਮ ਡੇ ਦੀ ਸ਼ੁਰੂਆਤ 7 ਅਗਸਤ ਤੋਂ ਹੁੰਦੀ ਹੈ ਤੇ ਇਸ ਵੀਕ ਨੂੰ ਪੂਰੇ ਹਫਤੇ 14 ਅਗਸਤ ਤੱਕ ਅਸੀਂ ਬੜੀ ਧੂਮਧਾਮ ਨਾਲ ਸੈਲੀਬ੍ਰੇਟ ਕਰਦੇ ਹਾਂ। ਤੇ ਜੇ ਮੈਂ ਸਰਕਾਰ ਦੀ ਗੱਲ ਤੁਹਾਨੂੰ ਦੱਸਿਆ ਕਿ ਇਸ ਵੀਕ 'ਚ ਐਕਚੁਅਲੀ ਸਾਡੀ ਕੀ ਇੰਟੈਂਸ਼ਨ ਹੁੰਦੀ ਹੈ, ਤੇ ਇਸ ਵਿੱਚ 2-4 ਕਾਰਜਕ੍ਰਮ ਜਿਹੜੇ ਹੈ ਉਹ ਪ੍ਰਮੁੱਖ ਤੌਰ ਤੇ ਕੀਤੇ ਜਾਂਦੇ ਹਨ। ਸਭ ਤੋਂ ਪਹਿਲਾਂ ਤਾਂ ਜਾਗਰੂਕਤਾ ਜਿਹੜੇ ਅਵੇਅਰਨੈਸ ਪ੍ਰੋਗਰਾਮਸ ਹੈ ਉਹ ਆਰਗੇਨਾइज ਹੁੰਦੇ हैं। तो ਜਿਹੜੇ ਅਵੇਅਰਨੈਸ ਪ੍ਰੋਗਰਾਮਸ हैं वो बेसिकली हैंडलूम्स की ਜਿਹੜੀ इंपॉर्टेंस है, महत्ता है
ਉਹਨੂੰ ਉਜਾਗਰ ਕਰਦੇ ਹਾਂ। ਤੇ ਇਨ ਅਵੇਅਰਨੈਸ ਪ੍ਰੋਗਰਾਮਸ 'ਚ ਅਸੀਂ ਸਟੂਡੈਂਟਸ ਨੂੰ ਦੱਸਦੇ ਹਾਂ ਹੈਂਡਲੂਮਸ ਬਾਰੇ, ਕਿਵੇਂ ਬਣਦੇ ਹੈ, ਕਿਵੇਂ ਇਹਨਾਂ ਦੀ ਪ੍ਰੋਡਕਸ਼ਨ ਹੁੰਦੀ ਹੈ ਤੇ ਕਿਵੇਂ ਇਹਨਾਂ ਨੂੰ ਅਸੀਂ ਰਿਵਾਈਵ ਕਰ ਸਕਦੇ ਹਾਂ। ਤੇ ਦੂਜੇ ਸਰਕਾਰ ਜਿਹੜੀ ਹੈ ਇਸ ਵੀਕ 'ਚ ਬੜੀ ਸਾਰੇ ਜਿਹੜੇ ਇਹਨਾਂ ਵੀਵਰਸ ਲਈ ਜਿਹੜੇ ਜੁਲਾਏ ਹੈ, ਜਿਹੜੇ ਹੈਂਡਲੂਮਸ 'ਤੇ ਕੰਮ ਕਰਦੇ ਹੈ, ਉਹਨਾਂ ਦੀ ਭਲਾਈ ਲਈ, ਉਹਨਾਂ ਦੀ ਇਨਕਮ ਜਨਰੇਸ਼ਨ के लिए ਜਿਹੜੇ ਹੈ ਉਹ ਬਹੁਤ ਸਾਰੀ ਸਕੀਮਸ ਲਾਗੂ ਕਰਦੇ ਹੈ। ਤੇ ਉਹਨਾਂ ਦੀ ਸਕੀਮਸ ਨਾਲ ਇਹਨਾਂ ਦੀ ਨਾ ਸਿਰਫ ਆਰਥਿਕ ਜਿਹੜੀ ਹੈ ਉਹ ਵਿਕਾਸ ਹੁੰਦਾ ਹੈ, ਇਹਨਾਂ ਦਾ ਮਨੋਬਲ ਵੀ ਮਜ਼ਬੂਤ ਹੁੰਦਾ ਹੈ। ਜਿਵੇਂ ਨੈਸ਼ਨਲ ਹੈਂਡਲੂਮ ਡਿਵੈਲਪਮੈਂਟ ਪ੍ਰੋਜੈਕਟ ਹੈ, ਜਿਸ ਦੇ ਅੰਤਰਗਤ ਜਿਹੜੇ ਸਾਡੇ ਆਰਟੀਸਨਸ ਹੈ, ਸਾਡੇ ਵੀਵਰਸ ਹੈ, ਉਹਨਾਂ ਨੂੰ ਅੱਛਾ ਇਨਫਰਾਸਟਰਕਚਰ, ਕੰਮ ਕਰਨ ਦੀ ਜਿਹੜੀ ਥਾਂ ਹੈ ਉਹਨਾਂ ਦੀ ਉਹ ਚੰਗੀ ਕੀਤੀ ਜਾਂਦੀ ਹੈ। ਤੇ ਜੇ ਸਰਕਾਰ ਹੈ ਉਹ ਇੱਕ ਤਰ੍ਹਾਂ ਦਾ ਇਹਨਾਂ ਲਈ ਆਨਲਾਈਨ ਮਾਰਕੀਟਿੰਗ ਦਾ ਪ੍ਰੋਗਰਾਮ ਚਲਾ ਰਹੀ ਹੈ। ਜਿਵੇਂ ਜੇ ਮੈਂ ਹੈਂਡਲੂਮਸ ਦੀ ਗੱਲ ਕਰਾਂ, ਉਹ ਇੱਕ ਇੰਨੀ ਸੱਭਿਆਚਾਰ ਨਾਲ ਜੁੜੀ ਹੋਈ ਚੀਜ਼ ਹੈ ਕਿ ਉਹ ਇੱਕ ਅਨੋਖੀ ਡਿਜ਼ਾਈਨਿੰਗ ਕਰਕੇ ਹੀ ਮਸ਼ਹੂਰ ਹੈ। ਸਿਰਫ ਭਾਰਤ ਵਿੱਚ ਨਹੀਂ, ਸਾਰੇ ਵਿਸ਼ਵ ਵਿੱਚ ਭਾਰਤ ਦੇ ਜਿਹੜੇ ਹੈਂਡਲੂਮਸ ਹੈ ਉਹਨਾਂ ਦੀ ਇੱਕ ਅਨੋਖੀ ਜਗ੍ਹਾ ਹੈ। ਪਰ ਜਿਹੜੀ ਪ੍ਰੋਬਲਮ ਹੈਂਡਲੂਮਸ ਵਿੱਚ ਆ ਰਹੀ ਹੈ, ਜੇ ਉਹਨਾਂ ਨੂੰ ਹੁਣ ਰਿਵਾਈਵ ਕਰਨ ਦੀ ਲੋੜ ਪੈ ਰਹੀ ਹੈ, ਉਹ ਇਹ ਹੈ ਕਿ ਉਹਨਾਂ ਦੀ ਮਾਰਕੀਟਿੰਗ ਸਟਰੋਂਗ ਕਰਨੀ ਪਏਗੀ ਤੇ ਉਹਨਾਂ ਨੂੰ ਇਸ ਤਰ੍ਹਾਂ ਨਾਲ ਸਾਨੂੰ ਰਿਫਾਰਮ ਕਰਨ ਦੀ ਜ਼ਰੂਰਤ ਹੈ, ਉਹਨਾਂ ਨੂੰ ਪੁਨਰ ਨਿਰਮਾਣਿਤ ਕਰਨ ਦੀ ਲੋੜ ਹੈਗੀ ਕਿ ਅਸੀਂ ਉਹਨਾਂ ਨੂੰ ਰੋਜ਼ ਆਪਣੀ ਆਮ ਜ਼ਿੰਦਗੀ 'ਚ ਵੀ ਵਰਤੋਂ ਕਰ ਸਕੇ ਤੇ ਇਹ ਸਿਰਫ ਫੈਸਟੀਵਲਸ ਜਾਂ ਓਕੇਜ਼ਨਸ ਲਈ ਨਾ ਹੈਂਡਲੂਮਸ ਰਹਿ ਜਾਏ। ਤੇ ਹੈਂਡਲੂਮ ਵੀਕ 'ਚ ਜਿਹੜੀ ਸਰਕਾਰ ਹੈ ਉਹ ਆਰਟੀਸਨਸ ਲਈ, ਇਸ ਕਰਾਫਟ ਦੀ ਰਿਵਾਈਵਲ ਲਈ ਬਹੁਤ ਸਾਰੇ ਇਸ ਤਰ੍ਹਾਂ ਦੇ ਕਦਮ ਉਠਾਉਂਦੀ ਹੈ। ਜਿਵੇਂ ਇੱਕ ਹੋਰ ਮੈਂ ਸਰਕਾਰ ਦੀ ਕਦਮ ਦੀ ਹੋਰ ਆਪਣੇ ਦਰਸ਼ਕਾਂ ਦਾ ਧਿਆਨ ਕੇਂਦਰਿਤ ਕਰਨਾ ਚਾਹੁੰਦੀ ਹਾਂ ਕਿ ਜੀਓਗ੍ਰਾਫਿਕਲ ਇੰਡੈਕਸ ਅੱਜ ਕੱਲ੍ਹ ਹਰ ਕਰਾਫਟ ਨੂੰ ਜਾਂ ਹੈਂਡਲੂਮ ਨੂੰ ਦਿੱਤਾ ਜਾ ਰਿਹਾ ਹੈ, ਜਿਹਦੇ ਨਾਲ ਕੀ ਹੋ ਰਿਹਾ ਹੈ ਕਿ ਜਿਹੜੀ ਥਾਂ, ਜਿਹੜੀ ਪਲੇਸ, ਜੋ ਜਗ੍ਹਾ ਉਸ ਕਰਾਫਟ ਲਈ, ਉਸ ਹੈਂਡਲੂਮ ਲਈ, ਉਸ ਬੇਸਿਕਲੀ ਕੰਮ ਲਈ ਮਸ਼ਹੂਰ ਹੈ, ਉਹਨੂੰ ਉਹਦਾ ਕ੍ਰੈਡਿਟ ਮਿਲੇ। ਜਿਵੇਂ ਪੰਜਾਬ ਜਿਹੜਾ ਹੈ ਉਹ ਫੁਲਕਾਰੀ ਲਈ ਜੀਓਗ੍ਰਾਫਿਕਲ ਇੰਡੈਕਸ ਲਈ ਚੁਣਾ ਗਿਆ ਹੈ। ਇਸੇ ਤਰ੍ਹਾਂ ਜਿਹੜੀ ਸਰਕਾਰ ਹੈ ਉਹ ਜਾਗਰੂਕਤਾ ਪ੍ਰੋਗਰਾਮਸ ਨਾਲ, ਇਨ ਸਕੀਮਸ ਨਾਲ ਹੈਂਡਲੂਮਸ ਨੂੰ ਰਿਵਾਈਵ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਮੈਂ ਮਨੀਸ਼ਾ ਸੇਠੀ, ਰਿਸਰਚ ਫੈਲੋ ਅਪੈਰਲ ਐਂਡ ਟੈਕਸਟਾਈਲ ਸਾਇੰਸ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ। ਅੱਜ ਅਸੀਂ ਨੈਸ਼ਨਲ ਹੈਂਡਲੂਮ ਵੀਕ ਮਨਾ ਰਹੇ ਹਾਂ। ਵੀਕ ਦਾ ਲਾਸਟ ਡੇ ਹੈ ਤੇ ਇਹ 7 ਤੋਂ 14 ਅਗਸਤ ਵਿੱਚ ਮਨਾਇਆ ਜਾਂਦਾ ਹੈ। ਤੇ ਇਹਦੇ ਵਿੱਚ ਜਿਹੜਾ ਹੈਗਾ ਅਸੀਂ ਟ੍ਰੈਡੀਸ਼ਨਲ ਸੱਭਿਆਚਾਰਕ ਹੈਂਡਲੂਮ ਵਰਕ ਬਾਰੇ ਬੱਚਿਆਂ ਨੂੰ ਹਮੇਸ਼ਾ ਦੱਸਦੇ ਹਾਂ ਜਾਂ ਲੋਕਾਂ ਨਾਲ ਅਸੀਂ ਡਿਸਪਲੇ ਸਾਂਝਾ ਕਰਦੇ ਹਾਂ ਕਿ ਇਹਨੂੰ ਅਸੀਂ ਕਿੱਦਾਂ ਰਿਵਾਈਵ ਕਰਨਾ ਹੈ। ਜਿਵੇਂ ਅਸੀਂ ਕਹੀਏ ਵੀ ਅਸੀਂ ਟ੍ਰੈਡੀਸ਼ਨਲ ਚੀਜ਼ਾਂ ਨੂੰ ਚਾਹੁੰਦੇ ਹਾਂ ਕਿ ਰਿਵਾਈਵ ਹੋਣ, ਕਿ ਇਹ ਖਤਮ ਨਾ ਹੋਣ, ਪੀੜ੍ਹੀ ਦਰ ਪੀੜ੍ਹੀ ਚੱਲਦੀਆਂ ਰਹਿਣ। ਇਸ ਲਈ ਇਹ ਵੀ ਇੱਕ ਬਹੁਤ ਮਹੱਤਵਪੂਰਨ ਚੀਜ਼ ਹੈ। ਇਹ ਸਾਨੂੰ ਸਿੰਪਲ ਲੱਗਦਾ ਵੀ ਇਹ ਹੈਂਡਲੂਮ ਹੋਇਆ ਜਾਂ ਮਸ਼ੀਨ ਵਾਲਾ ਹੋਇਆ ਸਿਰਫ ਕੱਪੜਾ ਹੀ ਹੈ, ਬਟ ਨਹੀਂ। ਜਦੋਂ ਹੈਂਡਲੂਮ ਵੀਵਿੰਗ ਦੀ ਗੱਲ ਆਉਂਦੀ ਹੈ, ਇਹਦੇ ਵਿੱਚ ਬਹੁਤ ਮਿਹਨਤ ਲੱਗਦੀ ਹੈ। ਆਰਟੀਜ਼ਨਸ ਬਹੁਤ ਮਿਹਨਤ ਕਰਦੇ ਨੇ ਦਿਨ ਰਾਤ। ਪਹਿਲਾਂ ਜਿਵੇਂ ਹੁਣ ਨਕੋਦਰ ਬਹੁਤ ਮਸ਼ਹੂਰ ਮੰਨਿਆ ਜਾਂਦਾ ਸੀ ਵੀਵਿੰਗ ਲਈ, ਉਹਦੇ ਵਿੱਚ ਵੀ ਮੈਂ ਹੁਣ ਦੇਖਦੀ ਹਾਂ ਤੇ ਖੱਡੀ ਦੇ ਉੱਤੇ ਵੀਵ ਕਰਨ ਵਾਲੇ 1-2 ਵੀਵਰਸ ਬਹੁਤ ਬਜ਼ੁਰਗ ਲੋਕ ਰਹਿ ਗਏ ਨੇ, ਪਰ ਉਹਨਾਂ ਦੇ ਜਿਹੜੇ ਬੱਚੇ ਨੇ ਅੱਗੇ ਉਹ ਜੌਬਸ ਵਿੱਚ ਪੈ ਗਏ ਨੇ, ਉਹ ਉਸ ਚੀਜ਼ ਨੂੰ ਗ੍ਰਾਸਪ ਨਹੀਂ ਕਰ ਰਹੇ। ਪਰ ਉਸ ਚੀਜ਼ ਦੀ ਇੰਨੀ ਡਿਮਾਂਡ ਹੈ ਕਿ ਉਹ ਫੋਰਨ ਵਾਲੇ ਲੋਕ, ਫੋਰਨ 'ਚ ਜਿਹੜੇ ਲੋਕ ਰਹਿੰਦੇ ਨੇ, ਉਹ ਇਸ ਦੀ ਡਿਮਾਂਡ ਲਈ ਕੁਝ ਵੀ ਪੇ ਕਰਦੇ ਨੇ। ਬਟ ਇੱਥੇ ਜਿਨ੍ਹਾਂ ਕੋਲ ਇਹ ਸੱਭਿਆਚਾਰ ਹੈ, ਉਹਨਾਂ ਨੂੰ ਚਾਹੀਦਾ ਹੈ ਕਿ ਉਸ ਨੂੰ ਬਚਾ ਕੇ ਰੱਖਣ। ਮੈਂ ਅੰਮ੍ਰਿਤਪਾਲ ਕੌਰ, ਅਪੈਰਲ ਐਂਡ ਟੈਕਸਟਾਈਲ ਸਾਇੰਸਿਸ, ਪੰਜਾਬ ਖੇਤੀਬਾੜੀ ਯੂਨੀਵਰਸਿਟੀ। ਇਹ ਵੀਕ ਸੈਲੀਬ੍ਰੇਟ ਕਰਨ ਦਾ ਮਕਸਦ ਇਹ ਹੈ ਕਿ ਅਸੀਂ ਵੱਧ ਤੋਂ ਵੱਧ ਲੋਕਾਂ ਨੂੰ ਇਹ ਜਾਗਰੂਕ ਕਰਵਾਈਏ ਕਿ ਜੋ ਹੈਂਡਲੂਮਸ ਹੁੰਦੇ ਨੇ ਉਹਨਾਂ ਦੀ ਕੀ ਇੰਪੋਰਟੈਂਸ ਹੁੰਦੀ ਹੈ। ਹੁਣ ਜਿਵੇਂ ਕਿ ਨਰਿੰਦਰ ਮੋਦੀ ਜੀ ਨੇ, ਪ੍ਰਧਾਨ ਮੰਤਰੀ ਜੀ ਨੇ ਦੱਸਿਆ ਕਿ ਆਤਮ ਨਿਰਭਰ ਬਣੋ, ਉਹ ਅਸੀਂ ਤਾਂ ਹੀ ਬਣ ਸਕਦੇ ਹਾਂ ਅਗਰ ਆਪਾਂ ਕੁਝ ਹੱਥੀਂ ਕਰਾਂਗੇ। ਠੀਕ ਹੈ, ਸੋ ਇਸੇ ਸਬੰਧ ਦੇ ਵਿੱਚ ਜਿਵੇਂ ਕਿ ਸਾਨੂੰ ਕੋਈ ਵੀ ਚੀਜ਼ ਆਉਂਦੀ ਹੈ, ਆਪਾਂ ਉਹਨੂੰ ਕਰਕੇ ਆਪਣਾ ਐਂਟਰਪ੍ਰੈਨਿਓਰ ਆਪਾਂ ਕਰ ਸਕਦੇ ਹਾਂ। ਹੁਣ ਜਿਵੇਂ ਕਿ ਅਸੀਂ ਡਿਗਰੀ ਦੇ ਵਿੱਚ ਵੀਵਿੰਗ ਦਾ ਕੋਰਸ ਪੜ੍ਹਿਆ ਸੀ, ਠੀਕ ਹੈ, ਉਹਦੇ ਵਿੱਚ ਸਾਨੂੰ ਬਹੁਤ ਤਰ੍ਹਾਂ ਦੇ ਵੀਵਿੰਗਸ ਦੱਸੀਆਂ ਸੀਗੀਆਂ ਕਿ ਆਪਾਂ ਕਿਵੇਂ ਉਹਨੂੰ ਅੱਗੇ ਆਪਣਾ ਕੰਮ ਸ਼ੁਰੂ ਕਰ ਸਕਦੇ ਹਾਂ। ਮੈਂ ਉਹਦੇ ਵਿੱਚ ਕੀ ਕੀਤਾ, ਜੋ ਸਾਨੂੰ ਉਸ ਕੋਰਸ ਦੇ ਵਿੱਚ ਪੜ੍ਹਾਇਆ ਸੀ ਉਹਦੇ ਥਰੂ ਮੇਰਾ ਇੰਟਰਸਟ ਵੀਵਿੰਗ ਦੇ ਵਿੱਚ ਸੀ। ਮੈਂ ਹੌਲੀ ਹੌਲੀ ਕੀ ਕੀਤਾ, ਉਹਦੇ ਤੋਂ ਜਵੈਲਰੀ ਬਣਾਈ। ਇਹ ਵੀਵਿੰਗ ਦੇ ਨਾਲ ਮਤਲਬ ਮੇਰਾ ਇੰਟਰਸਟ ਸੀ। ਨਾਲੇ ਇਹ ਅੱਜ ਕੱਲ੍ਹ ਜੋ ਯੰਗਸਟਰਸ ਨੇ, ਜਵੈਲਰੀ ਦਾ ਹਰੇਕ ਨੂੰ ਹੀ ਸ਼ੌਂਕ ਹੁੰਦਾ ਹੈ, ਕਿਉਂ ਨਾ ਆਪਾਂ ਉਹ ਜਵੈਲਰੀ ਖੁਦ ਹੈਂਡਮੇਡ ਜਿਹੜੀ ਜਵੈਲਰੀ ਹੁੰਦੀ ਹੈ ਉਹਨੂੰ ਬਾਏ ਕਰੀਏ। ਅਗਰ ਤੁਹਾਨੂੰ ਵੀਵਿੰਗ ਆਉਂਦੀ ਹੈ ਤਾਂ ਸਭ ਤੋਂ ਬੈਟਰ ਹੈ ਕਿ ਤੁਸੀਂ ਉਹਨੂੰ ਬਣਾ ਕੇ ਤੁਸੀਂ ਆਪਣਾ ਇੱਕ ਇਨਕਮ ਦਾ ਸੋਰਸ ਵੀ ਕ੍ਰੀਏਟ ਕਰ ਸਕਦੇ ਹੋ।
ਇਸੇ ਤਰ੍ਹਾਂ ਦੇ ਨਾਲ ਤੁਸੀਂ ਜੋ ਆਪਣੇ ਕੋਸਟਰਸ ਹੁੰਦੇ ਨੇ ਆਪਾਂ ਉਹ ਵੀ ਬਣਾ ਸਕਦੇ ਹਾਂ। ਠੀਕ ਹੈ, ਤੁਹਾਨੂੰ ਪਤਾ ਹੈ ਕਿ ਆਪਾਂ ਜੋ ਕੋਸਟਰਸ ਮਾਰਕੀਟ 'ਚੋਂ ਲੈਂਦੇ ਹੋ ਉਹ ਕਾਫੀ ਐਕਸਪੈਂਸਿਵ ਵੀ ਮਿਲਦੇ ਨੇ ਐਂਡ ਕੁਝ ਮੋਟਿਵਸ ਵਾਲੇ ਹੁੰਦੇ ਨੇ, ਡਿਫਰੈਂਟ ਟਾਈਪ ਦੇ ਕੋਸਟਰਸ ਆਪਾਂ ਨੂੰ ਮਿਲ ਜਾਂਦੇ ਨੇ। ਬਟ ਬੈਟਰ ਹੈ ਕਿ ਜੇ ਆਪਾਂ ਆਪਣਾ ਵਿਰਸਾ ਸੰਭਾਲੀਏ ਤਾਂ ਉਹ ਜ਼ਿਆਦਾ ਵਧੀਆ ਗੱਲ ਹੋਏਗੀ। ਠੀਕ ਹੈ, ਇਸ ਤੋਂ ਬਿਨਾਂ ਮੈਂ ਵੀਵਿੰਗ ਦੇ ਨਾਲ ਇੱਕ ਇਹ ਵਾਲ ਹੈਂਗਿੰਗ ਇਹ ਵੀ ਰੈਡੀ ਕੀਤਾ ਹੈ। ਇਹਨੂੰ ਤੁਸੀਂ ਫਰੇਮ ਕਰਾ ਕੇ ਆਪਣੇ ਘਰਾਂ ਦੇ ਵਿੱਚ ਵੀ ਲਗਾ ਸਕਦੇ ਹੋ। ਸਮਟਾਈਮਸ ਆਪਾਂ ਦੇਖਿਆ ਹੋਵੇਗਾ ਕਿ ਆਪਾਂ ਕਿਸੇ ਦੇ ਘਰੇ ਜਾਂਦੇ ਹਾਂ ਜਾਂ ਕਿਸੇ ਰੈਸਟੋਰੈਂਟ ਜਾਂ ਹਵੇਲੀ ਜਾਂਦੇ ਹਾਂ, ਉੱਥੇ ਆਪਾਂ ਕੀ ਦੇਖਣ ਜਾਂਦੇ ਹਾਂ, ਉੱਥੇ ਕੀ ਸਪੈਸ਼ਲ ਹੈ ਇੱਦਾਂ ਦਾ, ਆਪਣਾ ਵਿਰਸਾ ਦੇਖਣ ਜਾਂਦੇ ਹਾਂ। ਉੱਥੇ ਕਿਉਂ ਨਾ ਆਪਾਂ ਉਹੀ ਵਿਰਸਾ ਆਪਾਂ ਖੁਦ ਸੰਭਾਲ ਲਈਏ ਤੇ ਅਗਰ ਆਪਣੇ ਕੋਲ ਕੋਈ ਹੱਥੀ ਹੁਨਰ ਹੈ ਤੇ ਆਪਾਂ ਹੀ ਉਹਨੂੰ ਅੱਗੇ ਵਧਾਈਏ ਤੇ ਆਪਣੇ ਇਨਕਮ ਦਾ ਸੋਰਸ ਜਨਰੇਟ ਕਰੀਏ। ਠੀਕ ਹੈ, ਇਸੇ ਤਰ੍ਹਾਂ ਹੁਣ ਜਿਵੇਂ ਫੁੱਟਵੇਅਰਸ ਦਾ ਯੰਗਸਟਰਸ ਨੂੰ ਬਹੁਤ ਸ਼ੌਂਕ ਹੁੰਦਾ ਹੈ, ਕਾਲਜ ਗੋਇੰਗ ਗਰਲਸ ਹੁੰਦੀਆਂ ਨੇ ਉਹਨਾਂ ਨੂੰ ਹੈਬਿਟ ਹੁੰਦੀ ਹੈ ਜਾਂ ਉਹਨਾਂ ਨੂੰ ਸ਼ੌਂਕ ਹੁੰਦਾ ਹੈ ਕਿ ਆਪਾਂ ਆਪਣੀ ਮੈਚਿੰਗ ਡਰੈਸ ਦੇ ਨਾਲ ਮੈਚਿੰਗ ਫੁੱਟਵੇਅਰਸ ਪਾਈਏ। ਅਗਰ ਤੁਹਾਨੂੰ ਕਦੇ ਵੀ ਕਿਤੇ ਕਿਸੇ ਐਗਜ਼ੀਬਿਸ਼ਨ ਤੋਂ ਫੁੱਟਵੇਅਰਸ ਮਿਲਦੇ ਨੇ ਤਾਂ ਆਪਾਂ ਉਹਨਾਂ ਨੂੰ ਜ਼ਰੂਰ ਬਾਏ ਕਰਦੇ ਹਾਂ। ਠੀਕ ਹੈ, ਸੋ ਇਸੇ ਤਰ੍ਹਾਂ ਅਸੀਂ ਇੱਕ ਫੁੱਟਵੇਅਰਸ ਵੀ ਰੈਡੀ ਕੀਤੇ ਨੇ ਜੋ ਹੈਂਡਮੇਡ ਨੇ। ਰਾਈਟ, ਇੱਕ ਤਾਂ ਇਹ ਦੇਖਣ ਦੇ ਵਿੱਚ ਬਿਲਕੁਲ ਡਿਫਰੈਂਟ ਲੁੱਕ ਦਿੰਦੇ ਨੇ ਤੇ ਇੱਕ ਇਹ ਸੋਹਣੇ ਵੀ ਲੱਗਦੇ ਨੇ। ਇਸੇ ਤਰ੍ਹਾਂ ਮਤਲਬ ਸਾਡਾ ਤੁਹਾਨੂੰ ਇਹ ਦੱਸਣ ਦਾ ਮਕਸਦ ਇਹੀ ਹੈ, ਇਹ ਵੀਕ ਮਨਾਉਣ ਦਾ ਮਕਸਦ ਇਹੀ ਹੈ ਕਿ ਅਸੀਂ ਵੱਧ ਤੋਂ ਵੱਧ ਲੋਕਾਂ ਨੂੰ ਜਾਗਰੂਕ ਕਰੀਏ ਕਿ ਕਿਵੇਂ ਆਪਾਂ ਆਤਮ ਨਿਰਭਰ ਬਣ ਸਕਦੇ ਹਾਂ ਤੇ ਕਿਵੇਂ ਆਪਾਂ ਆਪਣੀ ਇਨਕਮ ਦਾ ਸੋਰਸ ਜਨਰੇਟ ਕਰ ਸਕਦੇ ਹਾਂ। ਸੋ ਅਸੀਂ ਦੇਖਿਆ ਔਰ ਸੁਣਿਆ ਕਿ ਕਿਸ ਤਰ੍ਹਾਂ ਵੱਖ-ਵੱਖ ਕੋਰਸ ਜਿਹੜੇ ਨੇ ਉਹ ਇੱਥੇ ਯੂਨੀਵਰਸਿਟੀ ਦੇ ਵਿੱਚ ਲਗਾਏ ਜਾਂਦੇ ਨੇ ਔਰ ਕਿਸ ਤਰ੍ਹਾਂ ਕਿਸਾਨ ਸਵਾਣੀਆਂ ਇਸ ਦਾ ਫਾਇਦਾ ਲੈ ਸਕਦੀਆਂ ਨੇ। ਵੱਖ-ਵੱਖ ਐਕਸਪਰਟਸ ਤੋਂ ਤੁਸੀਂ ਉਹਨਾਂ ਦੇ ਵਿਚਾਰ ਸੁਣੇ ਨੇ ਔਰ ਹੱਥ ਖੱਡੀ ਦੇ ਵਿੱਚ ਸੋ ਹੈਂਡਲੂਮ ਦੇ ਵਿੱਚ ਕਿਵੇਂ ਆਪਾਂ ਯੋਗਦਾਨ ਪਾਈਏ ਔਰ ਆਤਮ ਨਿਰਭਰ ਭਾਰਤ ਦਾ ਨਿਰਮਾਣ ਦੇ ਵਿੱਚ ਸਾਡਾ ਯੋਗਦਾਨ ਪਾ ਕੇ ਇਸ ਨੂੰ ਇੱਕ ਆਤਮ ਨਿਰਭਰ ਭਾਰਤ ਬਣਾਉਣ ਦਾ ਸੁੱਚਾ ਮਾਣ ਮਹਿਸੂਸ ਹੋਵੇ। प्रकृति गजब की ताकत है इसमें। बारिश की रिमझिम फुहारों को ही लीजिए, जब सही समय पर मिट्टी पर गिरें तो खेतों में किसान की मेहनत रंग लाती है। लेकिन वही बारिश बेमौसम हो जाए तो फिर तबाही का मंजर दिखाती है। लेकिन क्यों रहे किसान के घर की खुशियां प्रकृति पर निर्भर, जब बन सकता है वो आत्मनिर्भर। किसानों को प्राकृतिक आपदाओं की वजह से फसली नुकसान होने की स्थिति को ध्यान में रखते हुए भारत सरकार ने 2016 में प्रधानमंत्री फसल बीमा योजना की घोषणा की। इस बीमा योजना का उद्देश्य विभिन्न प्रकार की प्राकृतिक आपदाओं जैसे ओले गिरना, जल भराव, बाढ़ का आना, बादल फटना, प्राकृतिक रूप से आग लग जाना, भूस्खलन, चक्रवाती तूफान, बेमौसम बारिश, फसल की बीमारियां, आकाशीय बिजली, कीटों के हमले वगैरह से होने वाले नुकसान की स्थिति में किसानों को वित्तीय सहायता प्रदान करना है। इस बीमा योजना के अंतर्गत फसल की विभिन्न अवस्थाओं को शामिल किया गया है, यानी पूरे फसल चक्र का सुरक्षा कवच। जिस दिन फसल काटकर खेत में सुखाने के लिए फैलाई, उसके अगले ही दिन मूसलाधार बारिश हो गई, सारी उपज बर्बाद हो गई। लेकिन ये तो अच्छा था कि मैंने फसल का बीमा करा रखा था, मैं नुकसान से बच गया और क्लेम की रकम भी मुझे आसानी से मिल गई। सारा भुगतान मेरे बैंक अकाउंट में हो गया। प्रधानमंत्री फसल बीमा योजना बहुत ही लाभकारी है और इसकी प्रक्रिया बहुत ही सरल है। पहली बात तो ये समझिए कि अगर आप अधिसूचित फसलों की खेती करने वाले किसान हैं, तो आप फसल बीमा के लिए पात्र हैं। इसमें काश्तकार किसान और बटाईदार सहित सभी किसान शामिल हैं। अनाज, दलहन, तिलहन और कुछ वार्षिक वाणिज्यिक फसलों को PMFBY के अंतर्गत कवर किया जाता है।
ये दुनिया की तीसरी सबसे बड़ी और कामयाब फसल बीमा योजना है। केंद्र सरकार और राज्य सरकारों के अलावा 18 बीमा कंपनियां, 540 बैंक तथा 45,000 जन सेवा केंद्र प्रधानमंत्री फसल बीमा योजना को किसानों तक पहुंचाने में कार्यरत हैं। इस योजना में प्रीमियम कम होने के कारण सभी स्तर के किसान इसका लाभ ले सकते हैं। खरीफ फसलों के लिए बीमित राशि का 2% प्रीमियम, रबी फसलों के लिए बीमित राशि का 1.5% प्रीमियम और बागवानी एवं वाणिज्यिक फसलों के लिए 5% प्रीमियम है। किसानों के लिए ये योजना कितनी लाभदायक है, इस बात का अंदाजा इससे ही लगाया जा सकता है कि 2016 में योजना की शुरुआत के बाद पहले 3 सालों में किसानों ने प्रीमियम के रूप में 13,000 करोड़ रुपए का भुगतान किया, जबकि अब तक फसलों के नुकसान के क्लेम के रूप में उन्हें 60,000 करोड़ रुपए मिल चुके हैं। यानी जमा राशि के मुकाबले 4.5 गुना अधिक राशि दावों के रूप में प्राप्त हो चुकी है। अब तक हर साल खरीफ और रबी के मौसम के दौरान 5 करोड़ से भी अधिक किसान इस योजना से जुड़े हैं। 2020 के लिए बीमा कराने की प्रक्रिया शुरू हो चुकी है। पंजीकरण की कट ऑफ तिथि हर राज्य में अलग अलग तय होती है। अपने क्षेत्रों या गांवों की अधिसूचित फसलों की सूची, बीमित राशि एवं कट ऑफ तिथि की अधिक जानकारी के लिए आप निकटतम कृषि अधिकारी, जन सेवा केंद्र एवं बीमा कंपनी के प्रतिनिधि से संपर्क करें। www.pmfby.gov.in पर लॉगिन करके या फसल बीमा ऐप क्रॉप इंश्योरेंस ऐप का उपयोग करके अपनी फसल के नामांकन के लिए आवेदन किया जा सकता है। नामांकन के लिए इन दस्तावेजों की जरूरत होती है: नवीनतम आधार कार्ड, मोबाइल नंबर, बैंक खाता विवरण, भू अभिलेख दस्तावेज जिसमें जमीन के कागजात और राज्य सरकार द्वारा निर्देशित कोई भी अन्य दस्तावेज। कैसे मिलेगा फसल नुकसान होने पर दावे का भुगतान? PMFBY योजना में बीजों की बुआई से लेकर फसल कटाई के बाद सुखाने के उद्देश्य से खेतों में 14 दिनों तक फैलाई जाने वाली फसलों के पूरे फसल चक्र के दौरान जोखिम के कवर को प्रदान करता है। स्थानीय आपदा के कारण या अगर फसल कटाई के बाद बीमित फसलों को प्राकृतिक आपदा से नुकसान होता है तो बीमित किसान को 72 घंटे के भीतर इसकी सूचना बीमा कंपनी, बैंक या फिर राज्य सरकार के अधिकारियों या बीमा कंपनी के टोल फ्री नंबर पर देना आवश्यक है। जोखिमों में उपज हानि का आकलन फसल कटाई प्रयोगों के आधार पर किया जाता है। आपदा के कारण हुए नुकसान पर किसान को बीमा कंपनी द्वारा क्लेम राशि का उचित भुगतान मिलता है। क्लेम राशि का भुगतान सीधे किसान के बैंक खाते में किया जाता है। शिकायत निवारण के लिए किसान बीमा कंपनी, निकटतम बैंक शाखा या ब्लॉक या जिला कृषि कार्यालय में संपर्क कर सकते हैं। वो अपनी शिकायतों के लिए जिला और राज्य स्तरीय शिकायत निवारण समिति तक भी पहुंच सकते हैं। दरअसल पहले सभी ऋणी किसान जो बैंकों या वित्तीय संस्थानों से मौसमी कृषि ऋण या केसीसी का लाभ उठा रहे थे, उन्हें अनिवार्य रूप से इस योजना में शामिल किया जाता था। लेकिन फरवरी 2020 में किसानों के हित में नामांकन प्रक्रिया में एक बड़ा बदलाव करते हुए अब इस योजना को सभी किसानों के लिए स्वैच्छिक कर दिया गया है। प्रधानमंत्री फसल बीमा योजना किसानों को उनकी मेहनत से उगाई फसल को सुरक्षित करके देश को आत्मनिर्भर बनाने की दिशा में अहम कदम साबित हो रही है। जब किसान बढ़ेगा प्रकृति निर्भरता से आत्मनिर्भरता की ओर, तभी तो बनता है आत्मनिर्भर राष्ट्र।